ਸੋ ਪਵਿੱਤਰ ਕਲਾਮ ਬਾਈਬਲ ਦੇ ਵਿੱਚੋਂ ਅਸੀਂ ਅਰਦਾਸ ਸੰਦੇਸ਼ ਸਿੱਖਾਂਗੇ। ਦੁਬਾਰਾ ਸਪਰਸ਼ ਹੋਣਾ ਜ਼ਰੂਰੀ ਹੈ। ਜਦ ਤੱਕ ਕਿਸੇ ਦਾ ਦੁਬਾਰੇ ਸਪਰਸ਼ ਨਹੀਂ ਹੁੰਦਾ ਉਦ ਤੱਕ ਉਸ ਨੂੰ ਆਪਣਾ ਸਹੀ ਮਾਰਗ ਨਹੀਂ ਮਿਲ ਸਕਦਾ। ਇਸ ਕਰਕੇ ਸਾਨੂੰ ਦੁਬਾਰੇ ਪ੍ਰਭੂ ਜਦੋਂ ਛੂਹਦਾ ਹੈ ਉਦੋਂ ਅਸੀਂ ਅਗਲੇ ਮਾਰਗ ਦੇ ਉੱਤੇ ਚੱਲ ਪਾਉਂਦੇ ਹਾਂ। ਤੋ ਅਸੀਂ ਏਲੀਆ ਦੇ ਬਾਰੇ ਦੇਖਦੇ ਹਾਂ। ਅੱਜ ਦਾ ਵਿਸ਼ਾ ਦੁਬਾਰੇ ਸਪਰਸ਼ ਹੋਣਾ। ਏਲੀਆ ਦਾ ਦੁਬਾਰੇ ਸਪਰਸ਼ ਹੋਣਾ, ਹਰ ਇੱਕ ਸੇਵਕ ਦਾ ਦੁਬਾਰੇ ਸਪਰਸ਼ ਹੋਣਾ, ਹਰ ਇੱਕ ਵਿਸ਼ਵਾਸੀ ਦਾ ਦੁਬਾਰਾ ਸਪਰਸ਼ ਹੋਣਾ, ਇਹ ਬਹੁਤ ਜ਼ਰੂਰੀ ਹੈ। ਇਸ ਕਰਕੇ ਅਸੀਂ ਏਲੀਆ ਦੇ ਬਾਰੇ ਪਹਿਲਾ ਰਾਜਾ 19 ਅਧਿਆਏ ਉਹਦੇ ਸ਼ੁਰੂ ਤੋਂ ਲੈ ਕੇ ਜਦੋਂ ਅਸੀਂ ਪੜ੍ਹਦੇ ਗਏ ਹਾਂ, ਇੱਥੇ ਇਜ਼ਬਲ ਰਾਣੀ ਹੈ ਜੋ ਉਸ ਸਮੇਂ ਦੀ ਰਾਜਾ ਸੀ। ਤੋ ਉਸ ਨੂੰ ਪਤਾ ਲੱਗਾ ਕਿ ਏਲੀਆ ਨੇ ਸਾਡੇ 450 ਪੁਜਾਰੀਆਂ ਨੂੰ ਮੌਤ ਦੇ ਘਾਟ ਉਤਾਰਿਆ। ਇਸ ਕਰਕੇ ਉਸਨੇ ਸੰਦੇਸ਼ ਭੇਜਿਆ ਕਿ ਏਲੀਆ ਹੁਣ ਤੂੰ ਵੀ ਨਹੀਂ ਬਚੇਗਾ, ਹੁਣ ਤੇਥੋਂ ਵੀ ਬਦਲਾ ਲਿਆ ਜਾਏਗਾ। ਔਰ ਏਲੀਆ ਇਸ ਡਰ ਦਾ ਮਾਰਾ ਉਹ ਆਪਣੇ ਆਪ ਨੂੰ ਕਿਤੇ ਦੂਰ ਲੈ ਕੇ ਚਲਾ ਗਿਆ। ਔਰ ਜਦੋਂ ਦੂਰ ਲੈ ਕੇ ਗਿਆ ਉਸ ਸਮੇਂ ਰਸਤੇ ਦੇ ਵਿੱਚੋਂ ਇੱਕ ਝਾਊ ਦਾ ਪੇੜ ਆਉਂਦਾ ਹੈ। ਉਸ ਪੇੜ ਦੇ ਥੱਲੇ ਜਾ ਕੇ ਬੈਠ ਕੇ ਪ੍ਰਾਰਥਨਾ ਕਰਦਾ ਹੈ ਔਰ ਪ੍ਰਭੂ ਤੋਂ ਮੌਤ ਮੰਗਦਾ ਹੈ। ਪ੍ਰਭੂ ਬਸ ਬਹੁਤ ਹੋ ਗਿਆ, ਮੈਂ ਆਪਣੇ ਜਿਹੜੇ ਪੁਰਾਣੇ ਪ੍ਰਾਚੀਨ ਬਜ਼ੁਰਗ ਪੁਰਖਾ ਹੈਗੇ ਉਹਨਾਂ ਤੋਂ ਮੈਂ ਠੀਕ ਨਹੀਂ ਹਾਂ, ਉਹਨਾਂ ਤੋਂ ਮੈਂ ਚੰਗਾ ਨਹੀਂ ਹਾਂ। ਇਸ ਕਰਕੇ ਪ੍ਰਭੂ ਹੁਣ ਮੇਰੇ ਪ੍ਰਾਣ ਮੈਥੋਂ ਲੈ ਲੈ, ਮੈਂ ਹੁਣ ਨਹੀਂ ਜੀਣਾ ਚਾਹੁੰਦਾ। ਇਹ ਪ੍ਰਾਰਥਨਾ ਕਰਕੇ ਉਹ ਸੌਂ ਜਾਂਦਾ ਹੈ। ਔਰ ਉਸ ਤੋਂ ਬਾਅਦ ਸਵਰਗ ਦੂਤ ਆਉਂਦਾ ਹੈ, ਉਹਦੀ ਵੱਖੀ ਨੂੰ ਹੱਥ ਮਾਰਦਾ ਹੈ। ਔਰ ਜਦੋਂ ਵੱਖੀ ਨੂੰ ਹੱਥ ਮਾਰਦਾ ਉੱਠ ਕੇ ਦੇਖਦਾ ਹੈ ਕਿ ਉਹਦੇ ਸਰਾਣੇ ਪਾਣੀ ਦੀ ਇੱਕ ਸੁਰਾਈ ਰੱਖੀ ਹੁੰਦੀ ਹੈ ਔਰ ਪਾਣੀ ਪੀ ਕੇ ਉਹ ਫਿਰ ਸੌਂ ਜਾਂਦਾ ਹੈ। ਇਹਦਾ ਮਤਲਬ ਕੀ ਹੋਇਆ ਕਿ ਉਸ ਨੂੰ ਕੋਈ ਅਸਰ ਨਹੀਂ ਹੋਇਆ। ਤਾਂ ਉਸ ਤੋਂ ਬਾਅਦ ਫਿਰ ਸਵਰਗਦੂਤ ਆਇਆ, ਉਹਦੀ ਵੱਖੀ ਨੂੰ ਹੱਥ ਮਾਰਿਆ ਔਰ ਉਸ ਨੂੰ ਕਿਹਾ ਉੱਠ, ਖਾ ਤੇ ਪੀ। ਤਾਂ ਉਸਨੇ ਕੀ ਦੇਖਿਆ, ਇੱਕ ਪੱਥਰਾਂ ਦੇ ਉੱਤੇ ਇੱਕ ਰੋਟੀ ਹੈ ਜੋ ਕੋਲੇ ਦੇ ਨਾਲ ਪੱਕੀ ਹੋਈ ਹੈ। ਉਸਨੇ ਉਹ ਖਾਧੀ ਔਰ ਉਸ ਤੋਂ ਬਾਅਦ ਉਸ ਨੂੰ ਦੱਸਿਆ ਗਿਆ ਕਿ ਉਸਨੇ ਅੱਗੇ ਲੰਬਾ ਸਫ਼ਰ ਕਰਨਾ ਹੈ। ਰੋਟੀ ਖਾ ਕੇ ਉਸ ਦੇ ਅੰਦਰ ਬਲ ਆਇਆ, ਉਹਦੇ ਅੰਦਰ ਸ਼ਕਤੀ ਆਈ। ਉਸ ਤੋਂ ਬਾਅਦ ਉਹ ਅੱਗੇ 40 ਦਿਨਾਂ ਦਾ ਸਫ਼ਰ ਹੋਰ ਤੈਅ ਕਰਦਾ ਹੈ। ਤੋ ਕਹਿਣ ਦਾ ਮਤਲਬ ਕੀ ਹੈ, ਪਹਿਲੀ ਵਾਰ ਜਦੋਂ ਪ੍ਰਭੂ ਕਿਸੇ ਨੂੰ ਵੀ ਛੂਹਦਾ ਹੈ, ਸਪਰਸ਼ ਕਰਦਾ ਹੈ, ਤਾਂ ਉਸ ਦੇ ਨਾਲ ਇਨਸਾਨ ਨੂੰ ਕੋਈ ਜ਼ਿਆਦਾ ਮਤਲਬ ਨਹੀਂ ਹੁੰਦਾ ਪਰਮੇਸ਼ਰ ਦੇ ਬਾਰੇ ਜਾਣਨਾ ਜਾਂ ਅੱਗੇ ਚੱਲਣਾ। ਇਸ ਕਰਕੇ ਉਹ ਆਪਣੀ ਮਸਤੀ ਦੇ ਵਿੱਚ, ਆਪਣੇ ਕੰਮ ਧੰਦਿਆਂ ਵਿੱਚ ਇੰਨੇ ਬਿਜੀ ਹੋ ਜਾਂਦੇ ਨੇ ਕਿ ਪ੍ਰਭੂ ਦੇ ਲਈ ਉਹਨਾਂ ਨਾਲ ਚੱਲਣ ਦਾ ਕੋਈ ਮਤਲਬ ਨਹੀਂ ਹੁੰਦਾ ਕਿ ਪ੍ਰਭੂ ਦੇ ਨਾਲ ਅਸੀਂ ਚੱਲ ਕੇ ਅਸੀਂ ਅੱਗੇ ਬਹੁਤ ਲੰਬਾ ਸਫ਼ਰ ਕਰਨਾ ਹੈ। ਇਸ ਕਰਕੇ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਇਸ ਚੀਜ਼ ਦਾ ਕੋਈ ਮਤਲਬ ਨਹੀਂ ਹੁੰਦਾ। ਸਿਰਫ ਪਹਿਲੀ ਵਾਰ ਛੂਹਣਾ ਜਾਂ ਪਾਣੀ ਪੀਣਾ ਇਹ ਚੰਗਾਈ ਹੈ, ਬਰਕਤ ਹੈ, ਬਹੁਤ ਸਾਰਾ ਕੁਝ ਹੋਰ ਹਾਸਲ ਕਰ ਲੈਣਾ। ਬਹੁਤ ਸਾਰਾ ਹਾਸਲ ਕਰਕੇ ਇਨਸਾਨ ਆਪਣੀ ਨੀਂਦ ਵਿੱਚ ਸੌਂ ਜਾਂਦਾ ਹੈ। ਉਸ ਨੂੰ ਪ੍ਰਭੂ ਦੇ ਨਾਲ ਅੱਗੇ ਚੱਲਣ ਵਾਸਤੇ ਕੋਈ ਵੀ ਮਤਲਬ ਨਹੀਂ ਹੁੰਦਾ, ਕੋਈ ਇੱਛਾ ਨਹੀਂ ਹੁੰਦੀ। ਜ਼ਿਆਦਾ ਜਾਣਨਾ, ਪਵਿੱਤਰਤਾਈ ਵਿੱਚ ਚੱਲਣਾ, ਅਭਿਸ਼ੇਕ ਵਿੱਚ ਹੋ ਕੇ ਚੱਲਣਾ, ਆਗਿਆਕਾਰੀ ਵਿੱਚ ਹੋ ਕੇ ਚੱਲਣਾ, ਇੱਕ ਅੱਛੇ ਸਦੱਸਿਆ ਬਣ ਕੇ ਚੱਲਣਾ, ਉਸ ਨੂੰ ਕੋਈ ਮਤਲਬ ਨਹੀਂ ਹੁੰਦਾ। ਉਸ ਤੋਂ ਬਾਅਦ ਫਿਰ ਪ੍ਰਭੂ ਦਾ ਦੂਤ ਉਸ ਨੂੰ ਛੂਹਦਾ ਹੈ, ਉਹਨੂੰ ਟੱਚ ਕਰਦਾ ਹੈ ਅਤੇ ਉਹ ਫਿਰ ਜਦੋਂ ਉੱਠਦਾ ਹੈ ਅਤੇ ਉਹ ਜਦੋਂ ਰੋਟੀ ਖਾ ਲੈਂਦਾ ਹੈ, ਉਸ ਤੋਂ ਬਾਅਦ ਉਹ ਅੱਗੇ ਲੰਬਾ ਸਫ਼ਰ, ਸਵਰਗਦੂਤ ਕਹਿੰਦਾ ਤੂੰ ਅੱਗੇ ਬਹੁਤ ਅੱਗੇ ਲੰਬਾ ਸਫ਼ਰ ਕਰਨਾ ਹੈ। ਇਸ ਕਰਕੇ ਖਾ ਅਤੇ ਲੰਬਾ ਸਫ਼ਰ ਕਰ। ਤੋ ਜਦੋਂ ਰੋਟੀ ਖਾ ਲੈਂਦਾ ਹੈ ਉਸ ਤੋਂ ਬਾਅਦ ਉਸ ਦੇ ਅੰਦਰ ਬਲ ਆ ਜਾਂਦਾ ਹੈ, ਫਿਰ ਤਕੜਾ ਹੋ ਕੇ ਅੱਗੇ ਦੀ ਚੱਲਦਾ ਹੈ। ਤੋ ਰੋਟੀ ਕੀ ਹੈ ਮੇਰੇ ਮਿੱਤਰੋ? ਰੋਟੀ ਹੈ ਪ੍ਰਭੂ ਦਾ ਵਚਨ।
जब तक असी प्रभु के वचन का सेवन नहीं करांगे, जब तक असी वचन नूं अपने अंदर नहीं लवांगे, उदों तक असी प्रभु के नाल अगे चल नहीं सकांगे। पानी जिहड़ा है ये सिर्फ चंगाई नूं होर बहुत सारिया आशीषां बरकतां नूं दर्शाउंदा हैगा, जिहदे विच वचन का कुछ नहीं लैन देन हुंदा। ठीक है, चंगाई दे विच कोई वचन का मतलब नहीं है, और बहुत सारिया बरकतां नूं हासिल कर लेना इस दे अंदर वचन की कोई योग्यता कोई योगदान नहीं हुंदा। इस करके बहुत सारे लोग हैं जिहड़े चंगाई लैके सौ जाते हैं, बहुत सारे लोग हैं जिहड़े बरकत लैके सौ जाते हैं, प्रभु दे नाल चलण की इच्छा नहीं रखते। इस करके वो दुबारी जो प्रभु छूएगा तुहानूं टच करेगा, उस तो बाद तुसीं जदों वचन की रोटी खाओगे, वचन तुहानूं ताकत देगा प्रभु दे नाल चलण वास्ते, वचन तुहानूं हिम्मत देगा अगे जाण वास्ते। इस करके जदों वो एलिया अगे सफ़र तय करता है और बहुत उच्चे एक पहाड़ उत्ते वो चला जाता है, तो असी उस वचन को पढ़ांगे। वो वचन है पहला राजा 19 अध्याय ओदी असी 7 तो पढ़ते हैं, 6 तो पढ़ते हैं। तद उसने डिठा तो वेखो एक अंगियारियां उत्ते पकी हुई एक रोटी पानी ते एक सुराई उस दे सराणे पई हुई सी, तां वो खा पी के फिर लंबा पै गया। यहोवा दा दूत उसनों उहदे कोल आया अते उसनों टुंबिया, आख्या उठ अते खा, क्योंकि जो दो पंध तेरे लिए बहुत लंबा है। उसने उठ के खाधा पीता अते उसने भोजन दे बल नाल 40 दिन अते 40 रातां परमेश्वर दे हरोब पर्वत ते तुरिया गया ते उत्थे एक गुफा विच जा रहा। वेखो यहोवा दा वचन उसनूं आया अते उसनूं आख्या, हे एलिया तू इत्थे की करदा है? उसनूं आख्या, मैं यहोवा सेना दे परमेश्वर दी अणख दे नाल सड़िया पिया हाँ, क्यों जो इसराइलियां ने तेरे नेम नूं त्याग दिता, तेरियां जगवेदियां नूं ढा सुट्टिया अते होर नबियां नूं तलवार नाल वढ दिता। हुण मैं ही इकल्ला बाकी रहा हाँ। फिर वो मेरी जान नूं कढण नूं मैनूं लभदे फिरदे हैं। तो परमेश्वर का वचन इत्थे सानूं की दसदा है? पहली बार खादा पीता सौ गया, दूसरी बार जदों उसने फिर खादा पीता तो उसने कहा, तेरे लिए एलिया अगे बहुत लंबा सफ़र है। 40 दिन 40 रात उसने सफ़र करके परमेश्वर के उस हरोब पहाड़ के उत्ते उस गुफा च जा टिकिया, और उत्थे परमेश्वर का उहदे कोल वचन है, एलिया तू इत्थे की करदा है? उसने कहा, मैं सेना यहोवा परमेश्वर की अणख विच सड़िया पिया, क्योंकि इसराइल दे विच तेरे नबियां नूं उन्होंने वढ दिता। मैं ही कला बचिया अते मेरी जान दे भी वो कढण नूं मेरे पिछे पए हुए ने। तो उस तो बाद असी 11 आयत तो पढ़ते हैं। तो उस आख्या, अगे जा यहोवा दे सन्मुख पर्वत उत्ते खलो जा। तो वेख यहोवा लंघिया अते एक वड्डी जोर दी हनेरी ने पहाड़ सुटे। तो उस आवाज़ ने कहा, जो वचन एलिया को आया सी, उसने कहा, उठ अगे परमेश्वर के सन्मुख जा। तो पहली बार जदों किसी नूं परमेश्वर छूंदा है, उस दे विच इंसान परमेश्वर के सन्मुख अपना समा नहीं गुजारना चाहता। क्योंकि
पहली बार जो पहला स्पर्श हुंदा, पहला टच है, वो इंसान सिर्फ अपने मतलब दे लई ही उसनूं इस्तेमाल करता है। जदों दुबारी रोटी खांदा है, पानी पींदा है, फिर लंबा सफ़र तय करता है, उस तो बाद वो परमेश्वर के सन्मुख खड़े होने का समय आ जाता है। तो इस करके भैणों भाईओ, ये समय है कि असी परमेश्वर के सन्मुख खड़ीए, क्योंकि वचन से लिखा है परमेश्वर, दाऊद कहता है परमेश्वर तेरे पर्वत के सामने तेरे अदालत विच कौन खड़ा रहेगा। वही खड़े रहणगे जिन्हां च धर्म वसदा है, जिन्हां च परमेश्वर का जलाल है, तेज है, वही परमेश्वर के सामने खड़े रहणगे। जब तक साडे अंदर परमेश्वर का तेज जलाल नहीं होवेगा, परमेश्वर के सामने कोई खड़ा नहीं रहेगा, क्योंकि खड़े रहने वास्ते परमेश्वर के तेज की जरूरत पैगी। इस करके तो जदों परमेश्वर के सामने खड़ा होया एलिया जाके, तो वचन च लिखिया है ਤਾਂ ਪਰਬਤ ਉੱਤੇ ਖਲੋ ਜਾ, ਤਾਂ ਵੇਖ ਯਹੋਵਾ ਲੰਘਿਆ ਅਤੇ ਇੱਕ ਵੱਡੀ ਜ਼ੋਰ ਦੀ ਹਨੇਰੀ ਪਹਾੜ ਪਾੜ ਸੁੱਟੇ ਅਤੇ ਯਹੋਵਾ ਅੱਗੇ ਚਟਾਨਾਂ ਨੂੰ ਚੂਰ ਚੂਰ ਕਰ ਦਿੱਤਾ, ਪਰ ਯਹੋਵਾ ਹਨੇਰੀ ਵਿੱਚ ਨਹੀਂ ਸੀ। तो वचन की कहता है, जदों परमेश्वर कहता लंघिया तो हनेरी आई, बहुत तकड़ी प्रचंड हनेरी आई अति उसने पहाड़ां नूं पाड़ सुट्या, पहाड़ तिड़क गए, चूर चूर हो गए, पर उहदे च परमेश्वर नहीं सी। तो जदों चंगाई की हनेरी आउंदी, चंगाई का अंदोलन हुंदा, तूफान हुंदा है, पहाड़ हिल जाते हैं, पहाड़ टुट जाते हैं, तिड़क जाते हैं, चूरो चूर हो जाते हैं, लोगों च पत्थरियां निकल जाती, रसौलियां चली जाती, भूतां प्रेतां निकल जाती हैं, तैस महस हो जाती इन्हां चीज़ों की, तो उहदे विच भी परमेश्वर नहीं है। असी चंगाई विच परमेश्वर नूं भालना चाहिए, तो चंगाई च परमेश्वर नहीं है। तुहाडे च पत्थरियां चलियां गईयां, तुहाडे च बाबा बीमारियां चलियां गई, तुहाडे च रसौलियां चलियां गई, तो इसदा मतलब ये नहीं कि तुसी परमेश्वर नूं पा लिया, सिर्फ चंगाई पाई है, परमेश्वर नहीं पाया। क्योंकि इत्थे वचन च लिखिया हनेरी आई, हवा आई, चट्टानां पत्थर टुट गए, बीमारियां चलियां गईयां, जड़ तो उखड़ गईयां, पर उहदे च परमेश्वर नहीं सी। उस तो अगे लिखिया तां हनेरी पिछों भूचाल आया, पर यहोवा भूचाल विच भी नहीं सी। भूचाल दे हनेरी तो बाद भूचाल आया, भूचाल च भी परमेश्वर नहीं सी। भूचाल की है, जदों पवित्र आत्मा आराधना करते बड़ी सामर्थ शक्ति बल आउंदा, सामर्थ आउंदी है, भूचाल की तरह आउंदा है, अते भूचाल दे नाल सब कुछ हिल डुल जाता है, और जो भी कुछ हुंदा है वो सब थरथराण लग जाता है, कंबन लग जाता है, क्योंकि भूचाल जदों आउंदा है उदों बड़ियां बड़ियां बिल्डिंगां जड़ियां हिल जांदियां ने, वो भी तेड़ा खा जांदियां हैं। भूचाल पवित्र आत्मा का भूचाल, जिसनूं पवित्र आत्मा या अभिषेक का भूचाल कहते हैं। भूचाल आ गया, बड़ी सामर्थ आई, बड़ी ताकत आई, बड़ा बल आया। वचन कहता है इहदे विच भी परमेश्वर नहीं सी। बहुत सारे लोग हिलते डुलते हैं, डिगते हैं, बड़ा अभिषेक होता, बड़ी सामर्थ आती है, भूचाल की तरह आ जाता है, और भूचाल जदों आउंदा उस तो बाद जिन्ने लोग घरां दे अंदर हुंदे ने, कोठियां विच हुंदे हन, सब लोग भूचाल नूं देख के बाहर निकल जाते हैं, अंदर घर खाली हो जाते हैं। तो वचन की कहता है इहदे च भी परमेश्वर नहीं। तो असी किसी भुलेखे च ना रहीए कि जिथे बहुत ज़्यादा सामर्थ के काम होंदे हैं, बड़ी पवित्र आत्मा की सामर्थ उतरती है, बड़ी ताकत उतरती है, तो असी कहिए भी सब कुछ इत्थे ही है। वचन कहता इहदे च भी परमेश्वर नहीं है। तो अगे लिखिया भूचाल विच भी नहीं सी, तां भूचाल दे पिछों अग आई, पर यहोवा अग दे विच भी नहीं सी। भूचाल तो बाद अग आई, जिवें असीं कह दिंदे
छू लै, पवित्र आत्मा टच कर, अग उतरे अग उतरे अग उतरे। बहुत ज़्यादा चिल्ला चिल्ला के कहने हैं फायर 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 फायर। तो की है वचन च लिखिया है भूचाल तो बाद अग आई। अग दे विच भी परमेश्वर नहीं सी। बहुत कई बार सानू अग्नि की तरह महसूस होता कि अग दियां लपटां आ रही ने, अग आ रही सब कुछ भस्म कर देगी, इस तरह हो जाएगा इस तरह होगा, पर अग विच भी परमेश्वर नहीं है। भूचाल तो बाद अग आई। हुण अग आई इस करके कि जो कुछ शैतान पवित्र आत्मा के भूचाल के नाल साडी जिंदगियां दे विचों, साडी जिंदगी के घर विच, इस कोठी विचों, इस बिल्डिंग दे विचों जो शैतानी आत्मावां बैठियां सी, वो भूचाल जदों आया सी उदों वो बाहर निकल गईयां सन। जदों भूचाल हुंदा जिवें लोग घरां तो बाहर निकल जाते हैं, इस तरह पवित्र आत्मा का भी भूकंप जद साडे उत्ते आया अते दुष्ट आत्मावां बाहर निकल गईयां, पाप बुराइयां साडी जिंदगी तो बाहर निकल गईयां। और जिथे उन्होंने अपनी स्टेज, जिथे मेज उन्होंने सजाई हुई सी, जो भी उन्होंने उत्थे समान शैतान के हथियार पए सन, वो आई अग आई तो अग ने आके वो सारा कुछ भस्म कर दिता। गंदगी नूं सारा तहस महस करता, भस्म करता, राख करता, ताकि वो जो स्टेज है, वो मेज है जिहड़ी, उस सिंघासन है जिहड़ा, वो साफ सुथरा हो सके। और उस तो बाद उहदे विच प्रभु आए। तो वचन च लिखिया अग आई और यहोवा अग विच भी नहीं सी, तां अग दे पिछों एक हौली जी अते निम्मी आवाज़ आई। तां इउं होया कि जद एलिया ने सुनिया तां उसने अपना मूँह अपनी गोदड़ी विच ढक लिया। हनेरी आई, चंगाई सभा हुई, उहदे च भी परमेश्वर नहीं। भूकंप आया पवित्र आत्मा दे, भूचाल आया, बहुत सारे लोग अभिषेक नाल डिगे, बहुत सारे लोगों ने इधर उधर हिल डुल के बहुत सारी आनंद लिया, परमेश्वर नहीं। अग आई, उहदे च भी परमेश्वर नहीं। परमेश्वर कित्थे है? हौली अते धीमी जी आवाज़ है। परमेश्वर वचन विच है। जिंदगी च वचन है, उहदे विच परमेश्वर है। इस करके मरकुस 8 उहदी 22 च लिखिया है, यसू ने एक अन्ने नूं छूया अते उसनूं पुछया तैनूं किवें दिसदा है? कहंदा मैनूं धुंधला जिहा दिसदा है, मनुख ऐ दरख्तां वांगू मैनूं धुंधले जी दिसदे ने, हिलदे डोलदे जे। उस तो बाद फिर प्रभु यीशु मसीह ने दुबारी उन्हें छूया, टच किया अते क्या हुण तैनूं किवें? कहंदा हाँ प्रभु हुण मैनूं साफ साफ दिसदा है। इस करके जदों प्रभु पहली बार छूंदे हन, टच करते हैं तो इंसान नूं धुंधला दिसदा है, परमेश्वर नहीं दिसदा। इंसान दिसते हैं, लोग दिसते हैं, संसार दिसदा, कारोबार दिसदा, परिवार दिसदा है, अपनी जायदाद सब कुछ ये दिसदा है। इंसान इस तो इलावा कुछ नहीं दिसदा। इस करके जदों परमेश्वर दुबारी छूंदे हैं, उस तो बाद इंसान नूं प्रभु यीशु मसीह दिसते हैं, परमेश्वर दिसते हैं, साफ साफ उसनूं नज़र आउंदा है। क्योंकि परमेश्वर दुबारे छू के जो टच करते हैं, उस तो बाद ही इंसान की जिंदगी बदल जाती है। इस करके परमेश्वर का दुबारे स्पर्श होना बहुत ही जरूरी है। जो दुबारी स्पर्श होएगा तो प्रभु उसनूं दिसेगा, नज़र आएगा, क्योंकि परमेश्वर दुबारे छू के ही टच करते हैं, इंसान की जिंदगी साफ सुथरा करते हैं। पतरस प्रभु यीशु मसीह के नाल रहिंदा सी ते प्रभु यीशु पतरस ने कभी भी प्रभु यीशु मसीह नूं पहचान नहीं पाया। और जदों प्रभु यीशु मसीह चले गए, 40 दिन बाद पवित्र आत्मा उतरिया, जदों दुबारी उसनूं स्पर्श होया, दुबारी टच किया जो पवित्र आत्मा ने, उदों वही पतरस है जो प्रभु यीशु मसीह का प्रचार करता, जिहदे प्रचार नाल 3000 लोग बचते हैं और 3000 लोगों ने बपतिस्मा लिया। ये दुबारी स्पर्श होया। दुबारी स्पर्श होना बहुत जरूरी। यूहन्ना दा भी जदों अपनी माँ के गर्भ विच सीगा अते माता मरियम जदों अपनी भैन एलिशबत नूं मिलण वास्ते जाती है, तो पहली बार प्रभु उत्थे उन्होंने गर्भ के विच छूंदा, टच करता है तो आत्मा नाल भर जाता, उछलता है। और
ਉਹਦੇ ਨਾਲ ਵੀ ਉਸ ਨੂੰ ਸਪਰਸ਼ ਨਹੀਂ ਹੋਇਆ। ਪ੍ਰਭੂ ਯਿਸੂ ਮਸੀਹ ਦਿਖਾਈ ਨਹੀਂ ਦਿੱਤਾ। ਉਸ ਨੂੰ ਵੀ ਯਿਸੂ ਮਸੀਹ ਦੇ ਉੱਤੇ ਕੁਛ ਸ਼ੱਕ ਹੋ ਗਿਆ। ਆਪਣੇ ਚੇਲਿਆਂ ਨੂੰ ਕਹਿੰਦਾ ਜਾਓ, ਜਦੋਂ ਜੇਲ੍ਹ ਵਿੱਚ ਸੀਗਾ, ਜਾਓ ਮਸੀਹ ਨੂੰ ਪੁੱਛੋ ਆਉਣ ਵਾਲਾ ਮਸੀਹ ਤੂੰ ਹੀ ਹੈ ਜਾਂ ਕਿਸੇ ਅਸੀਂ ਹੋਰ ਦੀ ਉਡੀਕ ਕਰੀਏ। ਅਤੇ ਯਿਸੂ ਮਸੀਹ ਨੇ ਕਿਹਾ ਧੰਨ ਉਹ ਮਨੁੱਖ ਜਿਹੜਾ ਮੇਰੇ ਕਾਰਨ ਠੋਕਰ ਨਹੀਂ ਖਾਂਦਾ। ਇਹਦਾ ਮਤਲਬ ਯਹੂਨਾ ਠੋਕਰ ਖਾ ਗਿਆ ਸੀ ਅਤੇ ਯਹੂਨਾ ਦਾ ਵਿਸ਼ਵਾਸ ਇਸ ਗੱਲ ਤੋਂ ਚਲਾ ਗਿਆ ਸੀ ਕਿ ਮਸੀਹ ਇਹ ਹੈ ਜਾਂ ਹੋਰ ਕੋਈ ਹੈ। ਉਸ ਤੋਂ ਬਾਅਦ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਦੁਬਾਰਾ ਉਸਨੇ ਬਪਤਿਸਮਾ ਦੇਣ ਦੇ ਸਮੇਂ ਟੱਚ ਕੀਤਾ ਸੀ, ਉਦੋਂ ਉਸ ਨੂੰ ਸਪਰਸ਼ ਹੋ ਗਿਆ। ਇਹੀ ਪਰਮੇਸ਼ਰ ਦਾ ਮੇਮਣਾ ਜੋ ਜਗਤ ਦੇ ਪਾਪ ਨੂੰ ਚੁੱਕ ਲੈ ਜਾਂਦਾ ਹੈ। ਇਸ ਕਰਕੇ ਦੁਬਾਰੇ ਜਦੋਂ ਪ੍ਰਭੂ ਛੂਹਦੇ ਹਨ, ਟੱਚ ਕਰਦੇ ਹਨ, ਉਦੋਂ ਹੀ ਇਨਸਾਨ ਦੀ ਜ਼ਿੰਦਗੀ ਤਬਦੀਲ ਹੁੰਦੀ ਹੈ। ਜਿਵੇਂ ਅਯੂਬ ਦੇ ਬਾਰੇ ਅਸੀਂ ਪੜ੍ਹਦੇ ਹੈਗੇ ਹਾਂ, ਅਯੂਬ ਦੇ ਕੋਲ ਬਹੁਤ ਸਾਰੀ ਬਰਕਤ ਸੀ, ਮਾਲ ਪਸ਼ੂ ਨੌਕਰ ਚਾਕਰ ਧੀ ਪੁੱਤ ਸਭ ਕੁਛ ਸੀਗਾ। ਔਰ ਜਦੋਂ ਉਸਦੀ ਪ੍ਰੀਖਿਆ ਆਈ, ਪਹਿਲੇ ਟੱਚ ਦੇ ਵਿੱਚ ਉਸ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਵੀ ਆਈਆਂ, ਬਹੁਤ ਸਾਰਾ ਧਨ ਦੌਲਤ ਵੀ ਮਿਲਿਆ, ਸਭ ਕੁਛ ਹੋਇਆ। ਜਦੋਂ ਦੁਬਾਰੀ ਪਰਮੇਸ਼ਰ ਅਯੂਬ 42:10 ਵਿੱਚ ਛੂਹਦੇ ਹਨ, ਟੱਚ ਕਰਦੇ ਹਨ, ਸਭ ਕੁਛ ਦੁਬਾਰੀ ਦੁੱਗਣਾ ਹੋ ਜਾਂਦਾ। ਦੁਬਾਰੀ ਛੂਹਣ ਦੇ ਨਾਲ ਪਰਮੇਸ਼ਰ ਦੁੱਗਣੀ ਆਸ਼ੀਸ਼ ਦਿੰਦਾ, ਦੁੱਗਣੀ ਉਸ ਦੀ ਨਜ਼ਰਾਂ ਨੂੰ ਚਾਨਣ ਨਾਲ ਭਰ ਦਿੰਦਾ, ਰੋਸ਼ਨੀ ਨਾਲ ਭਰ ਦਿੰਦਾ, ਤਾਂ ਕਿ ਉਹ ਪਰਮੇਸ਼ਰ ਨੂੰ ਪੂਰਾ ਦੇਖ ਸਕੇ। ਪਹਿਲੀ ਆਸ਼ੀਸ਼ ਜਿਹੜੀ ਹੈ ਥੋੜ੍ਹੀ ਹੈ, ਦੂਸਰੀ ਵਾਰ ਜਦੋਂ ਪਰਮੇਸ਼ਰ ਟੱਚ ਕਰਦਾ ਹੈ ਦੁੱਗਣੀ ਆਸ਼ੀਸ਼ ਆ ਜਾਂਦੀ ਹੈ। ਇਸ ਕਰਕੇ ਦੁਬਾਰੀ ਸਪਰਸ਼ ਹੋਣਾ ਬਹੁਤ ਜ਼ਰੂਰੀ। ਇੱਕ ਵਾਰੀ ਛੂਹਣ ਦੇ ਨਾਲ ਇਨਸਾਨ ਸੌਂ ਜਾਂਦੇ ਹਨ। ਬਹੁਤ ਸਾਰੇ ਵਿਸ਼ਵਾਸੀ ਲੋਕ, ਬਹੁਤ ਸਾਰੇ ਸੇਵਕ ਲੋਕ ਵੀ ਸੁੱਤੇ ਹਨ, ਬਹੁਤ ਸਾਰੇ ਵਿਸ਼ਵਾਸੀ ਲੋਕ ਵੀ ਸੁੱਤੇ ਹੋਏ ਹਨ ਜੋ ਅੱਗੇ ਚੱਲਣਾ ਨਹੀਂ ਚਾਹੁੰਦੇ, ਪ੍ਰਭੂ ਦੇ ਵਚਨ ਦੇ ਨਾਲ ਸਹਿਮਤ ਹੋ ਕੇ ਨਹੀਂ ਚੱਲਣਾ ਚਾਹੁੰਦੇ, ਆਪਣੀ ਇੱਛਾ ਦੇ ਨਾਲ ਚੱਲਣਾ ਚਾਹੁੰਦੇ ਨੇ। ਦੁਨੀਆ ਦੇ ਵਿੱਚ ਸਿਰਫ ਉਹ ਇੱਕ ਧਨ ਦੌਲਤ ਕਮਾਉਣ ਦੇ ਲਈ, ਸੁੱਖ ਪ੍ਰਾਪਤ ਕਰਨ ਦੇ ਲਈ ਸਿਰਫ ਉਹ ਕਹਿੰਦੇ ਨੇ ਸਾਨੂੰ ਇੱਥੋਂ ਤੱਕ ਹੀ ਪ੍ਰਭੂ ਯਿਸੂ ਮਸੀਹ ਦੀ ਜ਼ਰੂਰਤ ਹੈ, ਇਸ ਤੋਂ ਵੱਧ ਜ਼ਰੂਰਤ ਨਹੀਂ ਹੈ। ਤਾਂ ਇਸ ਕਰਕੇ ਅਸੀਂ ਇਹਨਾਂ ਗੱਲਾਂ ਦੇ ਵਿੱਚ ਨਹੀਂ ਸੌਣਾ ਹੈ, ਸਗੋਂ ਸਾਡੇ ਲਈ ਅੱਗੇ ਬਹੁਤ ਲੰਬਾ ਸਫ਼ਰ ਹੈ। 40 ਦਿਨ 40 ਰਾਤ ਪਰਮੇਸ਼ਰ ਦੇ ਨਾਲ ਚੱਲਣਾ, ਸਮਾਂ ਗੁਜ਼ਾਰਨਾ। ਔਰ ਹਨੇਰੀ 'ਚ ਪਰਮੇਸ਼ਰ ਨਹੀਂ ਹੈ ਜੋ ਚੰਗਾਈ ਨੂੰ ਪ੍ਰਗਟ ਕਰਦੀ ਹੈ। ਭੁਚਾਲ 'ਚ ਪਰਮੇਸ਼ਵਰ ਨਹੀਂ ਹੈ ਜੋ ਪਵਿੱਤਰ ਆਤਮਾ ਦੀ ਸਾਮਰਥ ਜਾਂ ਅਭਿਸ਼ੇਕ ਹੋ ਜਾਣਾ ਜਾਂ ਬਹੁਤ ਸਾਰੇ ਹਬੜਾ ਥਬੜੀ ਹੋ ਜਾਣਾ, ਸੰਗਤ ਤਾੜੀਆਂ ਮਾਰਨਾ, ਬਹੁਤ ਕੁਛ ਭੁਚਾਲ ਦੀ ਤਰ੍ਹਾਂ ਹੁੰਦਾ ਹੈ। ਇਹਦੇ 'ਚ ਵੀ ਪਰਮੇਸ਼ਵਰ ਨਹੀਂ। ਇੱਥੇ ਭਾਲਣਾ ਚਾਹੋ ਤਾਂ ਪਰਮੇਸ਼ਵਰ ਨਹੀਂ ਹੈ। ਅੱਗ ਵਿੱਚ ਵੀ ਪਰਮੇਸ਼ਰ ਨਹੀਂ। ਬਹੁਤ ਸਾਰੇ ਅੱਗ ਦੇ ਸਮਾਜ ਸੇਵਕ ਬਹੁਤ ਕੁਛ ਬੋਲਦੇ ਹਨ, ਬੜਾ ਉੱਚਾ ਬੋਲਦੇ ਹਨ, ਬੜੀ ਫਾਇਰ 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 ਕਰਕੇ ਬੋਲਦੇ ਹਨ। ਇਹਦੇ 'ਚ ਵੀ ਪਰਮੇਸ਼ਰ ਨਹੀਂ ਹੈ। ਭੁਲੇਖੇ 'ਚ ਨਾ ਰਹੀਏ। ਪਰਮੇਸ਼ਰ ਆਪਣੇ ਵਚਨ 'ਚ, ਕਲਾਮ 'ਚ, ਹੌਲੀ ਤੇ ਧੀਮੀ ਜਿਹੀ ਆਵਾਜ਼ 'ਚ, ਮਿੱਠੀ ਸੁਰੀਲੀ ਆਵਾਜ਼ 'ਚ ਪਰਮੇਸ਼ਰ। ਔਰ ਉਹ ਸਾਨੂੰ ਹੌਲੀ ਜਿਹੀ ਧੀਮੀ ਜਿਹੀ ਆਵਾਜ਼ ਨਾਲ ਬੋਲ ਕੇ ਸਾਡੇ ਦਿਲ ਦਿਮਾਗ ਦੇ ਅੰਦਰ ਉਤਰਨਾ ਚਾਹੁੰਦਾ ਹੈ। ਵਚਨ ਦੀ ਸੇਵਕਾਈ ਸਾਡੇ ਜੀਵਨ 'ਚ ਹੋਣੀ ਚਾਹੀਦੀ ਹੈ। ਪਰਮੇਸ਼ਰ ਅੱਜ ਇਸ ਵਚਨ ਉੱਤੇ ਬਰਕਤ ਦੇਵੇ। ਆਓ ਪ੍ਰਾਰਥਨਾ ਕਰਦੇ ਹਾਂ। ਮਹਾਨ ਪਿਤਾ ਪਰਮੇਸ਼ਵਰ, ਅੱਜ ਦੇ ਸੰਦੇਸ਼ ਲਈ, ਅੱਜ ਇਸ ਪਵਿੱਤਰ ਕਲਾਮ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਜੋ ਤੁਸੀਂ ਸਾਨੂੰ ਅੱਜ ਦਾ ਸੰਦੇਸ਼ ਵਚਨ ਦਿੱਤਾ। ਪ੍ਰਭੂ ਇਹ ਵਚਨ ਸੁਣਨ ਵਾਲਿਆਂ ਦੇ, ਭੈਣ ਭਾਈਆਂ ਦੇ, ਸੇਵਕਾਂ ਦੇ, ਸਭਨਾਂ ਦੇ ਜੀਵਨ ਵਿੱਚ ਪ੍ਰਭੂ ਜੀ ਦੂਸਰੀ ਵਾਰ ਸਪਰਸ਼ ਕਰੇ, ਟੱਚ ਕਰੇ, ਅਭਿਸ਼ੇਕ ਨਾ ਭਰੇ, ਸਾਮਰਥ ਨਾ ਭਰੇ, ਔਰ ਹਰ ਇੱਕ ਨੂੰ ਬਰਕਤ ਮਿਲੇ ਅਤੇ ਪ੍ਰਭੂ ਤੇਰੇ ਵਚਨ ਦੇ ਨਾਲ ਸਹਿਮਤ ਹੋ ਕੇ ਅਗਲਾ ਸਫ਼ਰ ਤੈਅ ਕਰਨ। ਜਦੋਂ ਐਲੀਆ ਨੇ ਦੁਬਾਰੀ ਰੋਟੀ ਖਾਧੀ, ਦੁਬਾਰੀ ਜਦੋਂ ਵਚਨ ਨੂੰ ਆਪਣੇ ਹਿਰਦੇ ਵਿੱਚ ਲਿਆ, ਦੁਬਾਰੀ ਜਦੋਂ ਵਚਨ ਦੇ ਮਤਲਬ ਨੂੰ ਸਮਝਿਆ, ਉਸ ਤੋਂ ਬਾਅਦ ਪ੍ਰਭੂ ਐਲੀਆ ਅਗਲਾ ਸਫ਼ਰ ਤੈਅ ਕਰਦਾ ਹੈ ਅਤੇ ਉਹ ਤੇਰੇ ਸਨਮੁਖ ਜਾ ਖੜਦਾ ਹੈ। ਜਦੋਂ ਇਨਸਾਨ ਪ੍ਰਭੂ ਜੀ, ਬਹੁਤ ਸਾਰੇ ਲੋਕ ਜਦੋਂ ਵਚਨ ਨੂੰ ਖਾਣਗੇ, ਆਪਣੇ ਅੰਦਰ ਲੈਣਗੇ, ਉਸ ਤੋਂ ਬਾਅਦ ਹੀ ਉਹ ਲੋਕ ਤੇਰੇ ਸਨਮੁਖ ਖੜੇ ਰਹਿ ਸਕਣਗੇ। ਨਹੀਂ ਤਾਂ ਇਨਸਾਨ ਪ੍ਰਭੂ ਤੇਰੇ ਸਾਹਮਣੇ ਖੜਾ ਨਹੀਂ ਰਹਿ ਸਕਦਾ। ਤੂੰ ਪਵਿੱਤਰ, ਮਹਾਨ ਹੈ, ਤੂੰ ਅੱਗ ਭਸਮ ਕਰਨ ਵਾਲੀ ਅੱਗ ਹੈ। ਪ੍ਰਭੂ ਤੇਰਾ ਧੰਨਵਾਦ ਕਰਦੇ ਹਾਂ। ਸੁਣਨ ਵਾਲਿਆਂ ਨੂੰ ਬਰਕਤ ਮਿਲੇ, ਹਰ ਇੱਕ ਦੇ ਘਰ ਵਿੱਚ ਬਰਕਤ ਆਏ, ਸ਼ਾਂਤੀ ਆਏ। ਇਸ ਸੰਦੇਸ਼ ਤੋਂ ਬਹੁਤ ਸਾਰਾ ਇਨਸਾਨਾਂ ਦੀ ਜ਼ਿੰਦਗੀਆਂ ਨੂੰ ਬਦਲਾਅ ਕਰੇ। ਪ੍ਰਭੂ ਯਿਸੂ ਦੇ ਨਾਮ 'ਚ ਆਮੀਨ। ਸਭ ਨੂੰ ਜੈ ਮਸੀਹ ਦੀ। ਇਸ ਵਚਨ ਨੂੰ ਸੁਣਨਾ ਔਰ ਇਹਦੇ ਉੱਤੇ ਮਨਨ ਕਰਨਾ, ਇਸ ਵਚਨ ਨੂੰ ਹੋਰ ਵੀ ਆਪਣੇ ਸਾਥੀਆਂ ਤੱਕ ਭੇਜਣਾ। ਖੁਦਾ ਤੁਹਾਨੂੰ ਬਰਕਤ ਦੇਗਾ।